ਉਧਰ ਅੰਮ੍ਰਿਤਸਰ ਦੇ ਵਿੱਚ ਇੱਕ ਨਿਹੰਗ ਸਿੰਘ ਨੇ ਦੂਜੇ ਦਾ ਗੁੱਟ ਵੜ ਦਿੱਤਾ ਅਤੇ ਫਿਰ ਮੌਕੇ ਤੋਂ ਫਰਾਰ ਹੋ ਗਿਆ। ਘਟਨਾ ਦੁਪਹਿਰ ਬਾਅਦ ਦੀ ਹੈ। ਕਿਸੇ ਗੱਲ ਨੂੰ ਲੈ ਕੇ ਨਿਹੰਗਾਂ ਦੀਆਂ ਦੋ ਧਿਰਾਂ ਦੇ ਵਿੱਚ ਬਹਿਸ ਹੋ ਗਈ। ਇਸ ਦੌਰਾਨ ਮੰਗੂ ਮੱਠ ਦੇ ਰਮਨਦੀਪ ਸਿੰਘ ਨੇ ਆਪਣੀ ਤਲਵਾਰ ਦੇ ਨਾਲ ਦੂਜੇ ਨਿਹੰਗ ਦੇ ਉੱਤੇ ਵਾਰ ਕਰ ਦਿੱਤਾ ਤੇ ਫਿਰ ਫਰਾਰ ਹੋ ਗਿਆ। ਪਰ ਇਸ ਵਿਚਾਲੇ ਅੰਮ੍ਰਿਤਸਰ ਆਏ ਹੋਏ ਵਿੱਕੀ ਥਾਮਸ ਨੇ ਜ਼ਖਮੀ ਨਿਹੰਗ ਨੂੰ ਹਸਪਤਾਲ ਪਹੁੰਚਾਇਆ ਅਤੇ ਰਮਨਦੀਪ ਸਿੰਘ ਦੇ ਉੱਤੇ ਬਦਮਾਸ਼ੀ ਕਰਨ ਅਤੇ ਨਿਹੰਗ ਬਾਣੇ ਦਾ गलत इस्तेमाल करने के इल्जाम लगाए। दुनिया भर का नशा करता है वाहिगुरु, रात को पैक शेक भी लगाता है। कई इसके फोटोज है मेरे पास वाहिगुरु, चढ़ती कला में क्या क्या देखता है वीडियो में रात को, वो भी है मेरे पास वाहिगुरु। ये कई कहानी है वाहिगुरु, इसको बेनती है वाहिगुरु सारे संगत को, इसको सिंगल नाम से ना पहचानो। बाबा जी कुछ नहीं है। कैसे बात करता है औरतों से, रिकॉर्डिंग निकालो वाहिगुरु कैसे बात करता है ये। हमलावर रमनदीप सिंह ਦੇ ਉੱਤੇ ਹੋਰ ਵੀ ਕਈ ਇਲਜ਼ਾਮ ਲਗਾਏ ਗਏ ਕਿ ਉਹ ਲੋਕਾਂ ਨੂੰ ਡਰਾਉਂਦਾ ਹੈ ਤੇ ਆਪਣੇ ਗਲਤ ਮਨਸੂਬਿਆਂ ਨੂੰ ਅੰਜਾਮ ਦਿੰਦਾ ਹੈ। ਇੱਥੇ ਵੀ ਉਹ ਕਿਸੇ ਗੱਡੀ ਦੇ ਉੱਤੇ ਕਬਜ਼ਾ ਕਰਨ ਪਹੁੰਚਿਆ ਹੋਇਆ ਸੀ। ਅਗਲੀ ਖਬਰ ਹੁਸ਼ਿਆਰਪੁਰ ਤੋਂ ਹੈ। ਹੁਸ਼ਿਆਰਪੁਰ ਦੀ ਸਨ ਸਿਟੀ ਕਾਲੋਨੀ ਦੇ ਘਰ ਦੇ ਉੱਤੇ ਪੈਟਰੋਲ ਬੰਬ ਦੇ ਨਾਲ ਹਮਲਾ ਕਰ ਦਿੱਤਾ ਗਿਆ ਤੇ ਉਸ ਪੈਟਰੋਲ ਬੰਬ ਨੂੰ ਸੁੱਟਣ ਦੀਆਂ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ। ਅਣਪਛਾਤੇ ਹਮਲਾਵਰ ਘਰ ਦੇ ਵਿੱਚ ਪੈਟਰੋਲ ਬੰਬ ਸੁੱਟ ਕੇ ਫਰਾਰ ਹੋ ਗਏ। ਇਹ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋ ਗਈ। ਘਰ ਦੇ ਉੱਤੇ ਪੈਟਰੋਲ ਬੰਬ ਸੁੱਟੇ ਜਾਣ ਨਾਲ ਅੱਗ ਲੱਗ ਗਈ। ਦੇਰ ਰਾਤ 2 ਵਜੇ ਦੇ ਨੇੜੇ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। घर ਦੇ ਕੋਲ ਘੁੰਮ ਰਹੇ ਆ ਤੇ ਕੁਝ ਦੇਰ ਬਾਅਦ ਉਹ ਆਏ ਆ, ਉਹਨਾਂ ਨੇ ਕਿਸੇ ਚੀਜ਼ ਨੂੰ ਅੱਗ ਲਾਈ ਆ ਤੇ ਲੱਗ ਲਾ ਕੇ ਸਿੱਟਿਆ ਤੇ ਬਹੁਤ ਬੁਰੀ ਤਰ੍ਹਾਂ ਉਹਨੇ ਅੱਗ ਲੱਗੀ। ਨਹੀਂ ਐਸਾ ਤਾਂ ਕੋਈ ਨਹੀਂ ਹੈਗਾ, ਨਾ ਅਸੀਂ ਇਦਾਂ ਦੀ ਚੀਜ਼ਾਂ ਨੂੰ ਬਹੁਤ ਬੌਦਰੀ ਕਰਦੇ ਹੈਗੇ ਆ ਵੀ ਸਾਡੇ ਨਾਲ ਕਿਸੇ ਨੇ ਕੋਈ ਕੀਤਾ ਹੋਵੇ। ਜੇ ਕੋਈ ਦੀ ਆਪਣੀ ਕਿਸੇ ਦੀ ਕੋਈ ਮਨਸ਼ਾ ਸਾਡੇ ਪ੍ਰਤੀ ਹੋਵੇ ਸਾਨੂੰ ਉਹਦੇ ਬਾਰੇ ਪਤਾ ਨਹੀਂ। ਘਰ ਦੇ ਮਾਲਕ ਦੀ ਮੰਨੀਏ ਤਾਂ ਉਸ ਦੀ ਕਿਸੇ ਦੇ ਨਾਲ ਕੋਈ ਰੰਜਿਸ਼ ਨਹੀਂ, ਨਾ ਉਹਨਾਂ ਨੂੰ ਕੋਈ ਧਮਕੀ ਮਿਲੀ ਹੈ। ਉਹ ਵੀ ਇਹ ਸਮਝ ਨਹੀਂ ਪਾ ਰਹੇ ਕਿ ਆਖਿਰ ਅਜਿਹੀ ਘਟਨਾ ਨੂੰ ਅੰਜਾਮ ਦਿੱਤਾ ਕਿਉਂ ਗਿਆ। ਜਿਸ ਦਾ ਮਾਮਲਾ ਲੱਗ ਰਿਹਾ ਇਹ ਸਾਰੀ ਅਸੀਂ ਉਹਨਾਂ ਕੋਲ ਜਿਹੜੀ ਪੁੱਛਗਿੱਛ ਕਰ ਲਈ ਹੈਗੀ ਆ ਤੇ ਇਸ ਤਰ੍ਹਾਂ ਦੀ ਅਜੇ ਕੋਈ ਨੌਲੇਜ ਦੇ ਵਿੱਚ ਨਹੀਂ ਹੈ, ਨਾ ਉਹਨਾਂ ਨੇ ਕੋਈ ਸਾਨੂੰ ਇਸ ਤਰ੍ਹਾਂ ਦੱਸਿਆ ਕਿ ਸਾਨੂੰ ਕੋਈ ਥ੍ਰੈਟ ਆਈ ਹੈ ਜਾਂ ਕੋਈ ਸਾਨੂੰ ਕਿਸੇ ਦੇ ਨਾਲ ਕੋਈ ਰੰਜਿਸ਼ ਹੈਗੀ ਆ। ਇਸ ਤਰ੍ਹਾਂ ਦੀ ਕੋਈ ਗੱਲ ਅਜੇ ਸਾਹਮਣੇ ਨਹੀਂ ਆਈ। ਰਾਹਤ ਦੀ ਗੱਲ ਰਹੀ ਕਿ ਜੋ ਪੈਟਰੋਲ ਬੰਬ ਸੁੱਟਿਆ ਗਿਆ ਸੀ ਉਹ ਮੇਨ ਗੇਟ ਤੋਂ ਪਹਿਲਾਂ ਹੀ ਡਿੱਗ ਗਿਆ ਅਤੇ ਜ਼ਿਆਦਾ ਨੁਕਸਾਨ ਨਹੀਂ ਹੋਇਆ, ਵਰਨਾ ਜਿੱਥੇ ਅੱਗ ਲੱਗੀ ਉੱਥੇ ਗੱਡੀਆਂ ਵੀ ਖੜੀਆਂ ਹੋਈਆਂ ਸਨ। ਖੈਰ ਜਦੋਂ ਕਿਸੇ ਦੇ ਨਾਲ ਕੋਈ ਰੰਜਿਸ਼ ਨਾ ਹੋਵੇ ਜਾਂ ਕਿਸੇ ਦੇ ਵੱਲੋਂ ਕੋਈ ਧਮਕੀ ਵੀ ਨਾ ਆਈ ਹੋਵੇ ਤੇ ਪੈਟਰੋਲ ਬੰਬ ਸਿੱਧਾ ਘਰ ਦੇ ਉੱਤੇ ਸਿੱਟ ਦਿੱਤਾ ਜਾਵੇ ਤਾਂ ਫਿਰ ਸਵਾਲ ਤਾਂ ਉੱਠਦੇ ਨੇ ਕਿ ਆਖਿਰ ਅੰਜਾਮ ਕੌਣ ਦੇ ਗਿਆ ਇਸ ਤਰੀਕੇ ਦੀ ਘਟਨਾ ਨੂੰ। ਉਧਰ ਬਾਲੀਵੁੱਡ ਐਕਟਰ ਸੋਨੂ ਸੂਦ ਦੇ ਇੱਕ ਵੀਡੀਓ ਦੀ ਰੇਲਵੇ ਨੇ ਨਿੰਦਾ ਕੀਤੀ, ਜਿਸ ਤੋਂ ਬਾਅਦ ਸੋਨੂ ਸੂਦ ਨੇ ਮਾਫੀ ਵੀ ਮੰਗ ਲਈ। ਦਰਅਸਲ ਸੋਨੂ ਸੂਦ ਨੇ 13 ਦਸੰਬਰ ਨੂੰ ਟਵਿੱਟਰ ਅਤੇ ਫੇਸਬੁੱਕ ਦੇ ਵਿੱਚ ਇੱਕ ਵੀਡੀਓ ਸ਼ੇਅਰ ਕੀਤਾ ਸੀ। ਇਸ ਦੇ ਬੈਕਗ੍ਰਾਉਂਡ ਦੇ ਵਿੱਚ ਬਾਲੀਵੁੱਡ ਦਾ ਫੇਮਸ ਗਾਣਾ ਮੁਸਾਫਿਰ ਹੋ ਯਾਰੋ ਚੱਲ ਰਿਹਾ ਸੀ ਅਤੇ ਸੋਨੂ ਟ੍ਰੇਨ ਦੇ ਦਰਵਾਜ਼ੇ ਤੇ ਬੈਠੇ ਨਜ਼ਰ ਆ ਰਹੇ ਸਨ। ਵੀਡੀਓ ਵਾਇਰਲ ਹੋਇਆ ਤਾਂ ਭਾਰਤੀ ਰੇਲਵੇ ਨੇ ਬਕਾਇਦਾ ਟਵੀਟ ਕਰਕੇ ਸੋਨੂ ਸੂਦ ਦੀ ਇਸ ਹਰਕਤ ਦੀ ਨਿੰਦਾ ਕੀਤੀ। ਇਹ ਵੀ ਕਹਿ ਦਿੱਤਾ ਕਿ ਤੁਸੀਂ ਰੋਲ ਮਾਡਲ ਹੋ, ਤੁਸੀਂ ਅਜਿਹਾ ਕਰੋਗੇ ਤਾਂ ਫੈਨਸ ਦੇ ਵਿਚਾਲੇ ਗਲਤ ਸੁਨੇਹਾ ਜਾਵੇਗਾ। ਖੈਰ ਰੇਲਵੇ ਦੀ ਨਿੰਦਾ ਅਤੇ ਰੇਲਵੇ ਪੁਲਿਸ ਦੀ ਗੱਲ ਦੇ ਉੱਤੇ ਸੋਨੂ ਸੂਦ ਨੇ ਮੌਕਾ ਲੱਗਦੇ ਹੀ ਟਵੀਟ ਕਰਕੇ ਮਾਫੀ ਮੰਗੀ। ਐਕਟਰ ਨੇ ਹੱਥ ਜੋੜਨ ਵਾਲੇ ਇਮੋਜੀ ਦੇ ਨਾਲ ਟਵੀਟ ਕੀਤਾ। ਸੋਨੂ ਨੇ ਆਪਣੇ ਟਵੀਟ ਦੇ ਵਿੱਚ ਲਿਖਿਆ ਕਿ ਬਸ ਐਵੇਂ ਹੀ ਬੈਠ ਗਿਆ ਸੀ, ਦੇਖਣਾ ਸੀ ਕਿਹੋ ਜਿਹਾ ਮਹਿਸੂਸ ਕਰਦੇ ਹੋਣਗੇ ਉਹ ਲੱਖਾਂ ਗਰੀਬ ਜਿਨ੍ਹਾਂ ਦੀ ਜ਼ਿੰਦਗੀ ਅਜੇ ਵੀ ਟ੍ਰੇਨ ਦੇ ਦਰਵਾਜ਼ਿਆਂ ਦੇ ਉੱਤੇ ਲੰਘਦੀ ਹੈ। ਧੰਨਵਾਦ ਇਸ ਸੁਨੇਹੇ ਦੇ ਲਈ ਅਤੇ ਦੇਸ਼ ਦੀ ਰੇਲ ਵਿਵਸਥਾ ਵਧੀਆ ਕਰਨ ਦੇ ਲਈ। ਖੈਰ ਜਦੋਂ ਇੱਕ ਬਾਲੀਵੁੱਡ ਦਾ ਸਟਾਰ ਔਰ ਉਹ ਸਟਾਰ ਜਿਸ ਨੇ ਕੋਵਿਡ ਦੇ ਵਿੱਚ ਵੀ ਖੂਬ ਨਾਮ ਕਮਾਇਆ ਤੇ ਜਿਸ ਨੂੰ ਹਜ਼ਾਰਾਂ ਲੱਖਾਂ ਕਰੋੜਾਂ ਲੋਕ ਫੋਲੋ ਕਰਦੇ ਨੇ ਤੇ ਉਹ ਖੁਦ ਟ੍ਰੇਨ ਦੇ ਵਿੱਚ ਇਸ ਤਰੀਕੇ ਦੀ ਵੀਡੀਓ ਬਣਾਵੇ, ਫਿਰ ਫਰਕ ਤਾਂ ਪੈਂਦਾ ਹੈ। ਬੇਸ਼ੱਕ ਸੋਨੂ ਸੂਦ ਨੇ ਮਾਫੀ ਵੀ ਮੰਗ ਲਈ ਹੈ। ਅੱਗੇ ਵਧਦੇ ਤੇ ਵਾਰੀ ਅੱਜ ਦੇ ਸਵਾਲ ਦੀ ਤੇ ਸਵਾਲ ਦਾ ਜਵਾਬ ਤੁਹਾਡੇ ਨਾਲ ਸਾਂਝਾ ਕਰਨ ਦਾ ਸਮਾਂ ਹੈ। ਸਵਾਲ ਅਸੀਂ ਪੁੱਛਿਆ ਈ ਚਲਾਨ ਨੂੰ ਲੈ ਕੇ, ਕਿਉਂਕਿ ਚੰਡੀਗੜ੍ਹ ਦੀ ਤਰਜ਼ ਦੇ ਉੱਤੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਆਉਣ ਵਾਲੇ ਦਿਨਾਂ 'ਚ ਕੈਮਰੇ ਲੱਗ ਜਾਣਗੇ ਤੇ ਈ ਚਲਾਨ ਤੁਹਾਡੇ ਘਰ ਪਹੁੰਚ ਜਾਇਆ ਕਰਨਗੇ ਜੇਕਰ ਤੁਸੀਂ ਟ੍ਰੈਫਿਕ ਨਿਯਮ ਤੋੜਦੇ ਹੋ। ਤਾਂ ਇਸੇ ਕਰਕੇ ਅਸੀਂ ਇਸ ਦੇ ਨਾਲ ਜੁੜਿਆ ਹੋਇਆ ਸਵਾਲ ਪੁੱਛਿਆ ਕਿ ਦੇਸ਼ ਦੇ ਵਿੱਚ ਸਭ ਤੋਂ ਪਹਿਲਾਂ ਈ ਚਲਾਨ ਕਿੱਥੇ ਕਿਹੜੇ ਸ਼ਹਿਰ ਦੇ ਵਿੱਚ ਸ਼ੁਰੂ ਹੋਇਆ ਸੀ ਇਹ ਪੂਰਾ ਸਿਸਟਮ। 4 ਆਪਸ਼ਨ ਤੁਹਾਨੂੰ ਦਿੱਤੇ, ਏ ਚੰਡੀਗੜ੍ਹ ਦੇ ਵਿੱਚ, ਬੀ ਹੈਦਰਾਬਾਦ ਦੇ ਵਿੱਚ, ਸੀ ਦਿੱਲੀ ਦੇ ਵਿੱਚ ਜਾਂ ਫਿਰ ਆਪਸ਼ਨ ਡੀ ਦੇਹਰਾਦੂਨ ਦੇ ਵਿੱਚ। ਸਹੀ ਜਵਾਬ ਕੀ ਹੈ ਹੁਣ ਉਹ ਵੀ ਤੁਹਾਨੂੰ ਦੱਸਦੇ ਹਾਂ ਕੁਝ ਹੀ ਪਲਾਂ ਦੇ ਵਿੱਚ। ਤੁਹਾਡੀ ਟੀਵੀ ਸਕਰੀਨ ਦੇ ਉੱਤੇ ਹੋਏਗਾ ਜਵਾਬ। ਜਾਂ ਸਹੀ ਜਵਾਬ ਹੈ ਆਪਸ਼ਨ ਡੀ ਦੇਹਰਾਦੂਨ ਦੇ ਵਿੱਚ। ਅਪ੍ਰੈਲ 2017 ਦੇ ਵਿੱਚ ਦੇਹਰਾਦੂਨ ਦੇਸ਼ ਦਾ ਪਹਿਲਾ ਅਜਿਹਾ ਸੂਬਾ ਤੇ ਸ਼ਹਿਰ ਬਣ ਗਿਆ ਜਿੱਥੇ ਸਭ ਤੋਂ ਪਹਿਲਾਂ ਈ ਚਲਾਨ ਦੀ ਵਿਵਸਥਾ ਸਿਸਟਮ ਲਾਗੂ ਕਰ ਦਿੱਤਾ ਗਿਆ। ਵੈਸੇ ਤਾਂ ਦੇਹਰਾਦੂਨ ਤੋਂ ਪਹਿਲਾਂ ਇਸ ਯੋਜਨਾ ਦਾ ਦਿੱਲੀ ਅਤੇ ਹੈਦਰਾਬਾਦ ਦੇ ਵਿੱਚ ਟ੍ਰਾਇਲ ਹੋ ਚੁੱਕਾ ਸੀ,
ਪਰ ਇਸ ਨੂੰ ਲਾਗੂ ਨਹੀਂ ਕੀਤਾ ਗਿਆ ਸੀ। ਤਾਂ ਦੇਹਰਾਦੂਨ ਤੋਂ ਇਸ ਦੀ ਸ਼ੁਰੂਆਤ ਹੋਈ ਔਰ ਵੱਖ-ਵੱਖ ਸ਼ਹਿਰਾਂ ਦੇ ਵਿੱਚ ਇਸ ਸਮੇਂ ਈ ਚਲਾਨ ਕਰ ਦਿੱਤੇ ਜਾਂਦੇ ਨੇ। ਇਸ ਦਾ ਮਤਲਬ ਇਹ ਹੁੰਦਾ ਹੈ ਕਿ ਤੁਹਾਨੂੰ ਕੋਈ ਗੱਡੀ ਰੋਕ ਕੇ ਪੁਲਿਸ ਵਾਲਾ ਨਹੀਂ ਕਹੇਗਾ ਕਿ ਤੁਸੀਂ ਰੈੱਡ ਲਾਈਟ ਜੰਪ ਕਰ ਦਿੱਤੀ ਹੈ ਜਾਂ ਤੁਹਾਡੀ ਸਪੀਡ ਜ਼ਿਆਦਾ ਸੀ ਜਾਂ ਤੁਸੀਂ ਕੋਈ ਟ੍ਰੈਫਿਕ ਵਾਲਾ ਨਿਯਮ ਤੋੜ ਰਹੇ ਹੋ। ਕੈਮਰੇ ਦੇ ਵਿੱਚ ਰਿਕਾਰਡ ਹੋ ਜਾਏਗਾ ਤੁਹਾਡੇ ਹਾਈ ਸਿਕਿਉਰਿਟੀ ਨੰਬਰ ਪਲੇਟ ਜਿਹੜੀ ਤੁਸੀਂ ਅੱਜਕੱਲ ਲਗਾਈ ਹੋਈ ਹੈ, ਤੁਹਾਡੇ ਨੰਬਰ ਦੇ ਹਿਸਾਬ ਦੇ ਨਾਲ ਜੋ ਐਡਰੈਸ ਤੁਹਾਡਾ ਰਜਿਸਟ੍ਰੇਸ਼ਨ ਆਫਿਸ ਦੇ ਵਿੱਚ ਹੁੰਦਾ ਹੈ, ਉਸ ਨੰਬਰ ਦੇ ਉੱਤੇ, ਉਸ ਐਡਰੈਸ ਦੇ ਉੱਤੇ ਤੁਹਾਡਾ ਚਲਾਨ ਪਹੁੰਚ ਜਾਏਗਾ। ਯਾਨੀ ਹੁਣ ਤੁਸੀਂ ਜੇਕਰ ਨਿਕਲਦੇ ਹੋ ਤਾਂ ਸੋਚੋ ਕਿ ਸਾਹਮਣੇ ਪੁਲਿਸ ਵਾਲਾ ਨਹੀਂ ਤੇ ਰੈੱਡ ਲਾਈਟ ਕ੍ਰਾਸ ਕਰ ਲਈ ਤਾਂ ਬਚੇ ਨਹੀਂ ਹੋ, ਚਲਾਨ ਤਾਂ ਘਰ ਪਹੁੰਚੇਗਾ ਹੀ। ਤਾਂ ਇਹ ਪੂਰਾ ਸਿਸਟਮ ਪੰਜਾਬ ਦੇ ਕਈ ਵੱਡੇ ਸ਼ਹਿਰਾਂ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਲਾਗੂ ਕਰ ਦਿੱਤਾ ਜਾਏਗਾ। ਅਗਲੀ ਖਬਰ ਦਾ ਰੁਖ ਕਰਦੇ ਹਾਂ। ਖਬਰ ਹੈ ਦਿੱਲੀ ਤੋਂ। ਦਿੱਲੀ ਦੇ ਕੰਜਾਵਲਾ ਹਾਦਸੇ ਦੇ ਵਿੱਚ ਹੁਣ ਦਿੱਲੀ ਪੁਲਿਸ ਨੇ ਦੋ ਵੱਡੇ ਹੋਰ ਖੁਲਾਸੇ ਕੀਤੇ ਨੇ। ਪਹਿਲਾ ਖੁਲਾਸਾ ਹੈ ਕਿ ਮੁਲਜ਼ਮ 5 ਨਹੀਂ ਬਲਕਿ 7 ਨੇ। ਦੋ ਨਵੇਂ ਮੁਲਜ਼ਮ ਆਸ਼ੂਤੋਸ਼ ਅਤੇ ਅੰਕੁਸ਼ ਖੰਨਾ ਦੀ ਇਸ ਕੇਸ 'ਚ ਐਂਟਰੀ ਹੋਈ ਹੈ। ਦੂਜਾ ਖੁਲਾਸਾ ਇਹ ਕਿ ਮੁਲਜ਼ਮਾਂ ਦਾ ਮ੍ਰਿਤਕ ਕੁੜੀ ਅੰਜਲੀ ਅਤੇ ਉਸ ਦੀ ਸਹੇਲੀ ਨਿਧੀ ਦੇ ਨਾਲ ਪੁਰਾਣਾ ਕਨੈਕਸ਼ਨ ਨਹੀਂ ਹੈ। 5 अक्यूज्ड हमारी कस्टडी में है। इसमें 2 लोग और इन्वॉल्व थे और उनके लिए पुलिस अभी रेड कर रही है। इन्वेस्टिगेशन अभी जारी है। ਜੋ ਨਵੇਂ ਨਾਮ ਸਾਹਮਣੇ ਆਏ ਉਹਨਾਂ ਦੇ ਵਿੱਚੋਂ ਇੱਕ ਮੁਲਜ਼ਮ ਦਾ ਭਰਾ ਅਮਿਤ ਹੈ ਜੋ ਗੱਡੀ ਚਲਾ ਰਿਹਾ ਸੀ। ਉਸ ਦੇ ਕੋਲ ਡਰਾਈਵਿੰਗ ਲਾਇਸੈਂਸ ਨਹੀਂ ਸੀ। ਉਸ ਨੂੰ ਬਚਾਉਣ ਦੇ ਲਈ ਹੀ ਦੀਪਕ ਦਾ ਨਾਮ ਅੱਗੇ ਕੀਤਾ ਗਿਆ। जो दीपक था वो उसने अपने आप को ड्राइवर बताया था, लेकिन इंटरोगेशन के दौरान हमें पता लगा है कि एक्चुअली जो गाड़ी थी वो अमित ड्राइव कर रहा था। 2 लोग जो जिन्होंने ये आइडेंटिटी किसी की कंसील करने की कोशिश की थी, ये ड्राइवर नहीं था अमित, उसके जो सहयोगी हैं उनको इस केस में एक्यूज बनाया गया है। ਮੁਲਜ਼ਮ ਤੋਂ ਪੁੱਛਗਿੱਛ ਅਤੇ ਜਾਂਚ ਦੇ ਵਿੱਚ ਇਹ ਵੀ ਸਾਹਮਣੇ ਆਇਆ ਕਿ ਮੁਲਜ਼ਮਾਂ ਨੂੰ ਵੀ ਪਤਾ ਸੀ ਕਿ ਕੁੜੀ ਕਾਰ ਦੇ ਹੇਠਾਂ ਫਸੀ ਹੋਈ ਹੈ। ਇਸ ਤੋਂ ਬਾਅਦ ਵੀ ਉਹ ਗੱਡੀ ਨੂੰ ਚਲਾਉਂਦੇ ਰਹੇ। ਖੈਰ ਸਵਾਲ ਜ਼ਰੂਰ ਹੈ ਕਿ ਆਖਿਰ ਜੇਕਰ ਇਹਨਾਂ ਮੁਲਜ਼ਮਾਂ ਨੂੰ ਪਤਾ ਸੀ ਕਿ ਕਾਰ ਦੇ ਹੇਠਾਂ ਉਹ ਕੁੜੀ ਫਸੀ ਹੋਈ ਹੈ, ਕੋਈ ਫਸਿਆ ਹੋਇਆ, ਤਾਂ ਫਿਰ ਇਹਨਾਂ ਨੇ ਗੱਡੀ ਰੋਕੀ ਕਿਉਂ ਨਹੀਂ? 12-14 ਕਿਲੋਮੀਟਰ ਤੱਕ ਗੱਡੀ ਨੂੰ ਡਰਾਈਵ ਕਿਉਂ ਕਰਦੇ ਰਹੇ? ਉਧਰ ਦਿੱਲੀ ਕੰਜਾਵਲਾ ਕੇਸ ਦੇ ਵਿੱਚ ਕੁਝ ਹੋਰ ਸੀਸੀਟੀਵੀ ਫੁਟੇਜ ਵੀ ਪੁਲਿਸ ਦੇ ਹੱਥ ਹੋਣ ਲੱਗੇ ਨੇ। ਇੱਕ ਸੀਸੀਟੀਵੀ ਫੁਟੇਜ ਦੇ ਵਿੱਚ ਟਰਨਿੰਗ ਪੁਆਇੰਟ ਦੇ ਉੱਤੇ ਬਲੈਨੋ ਕਾਰ ਲੰਘਦੀ ਨਜ਼ਰ ਆਉਂਦੀ ਹੈ, ਜਿਸ ਦੇ ਪਿੱਛੇ ਪੁਲਿਸ ਪੀਸੀਆਰ ਵੈਨ ਵੀ ਲੰਘਦੀ ਹੈ। ਦੋਵਾਂ ਦੇ ਵਿਚਾਲੇ ਕਰੀਬ 40 ਸੈਕਿੰਡ ਦਾ ਫਰਕ ਸੀ, ਪਰ ਦੱਸਿਆ ਜਾ ਰਿਹਾ ਕਿ ਪੀਸੀਆਰ ਇਸੇ ਏਰੀਆ ਦੇ ਵਿੱਚ ਕਿਸੇ ਹੋਰ ਕਾਲ ਦੇ ਉੱਤੇ ਗਈ ਸੀ। ਦੂਜੀ ਸੀਸੀਟੀਵੀ ਫੁਟੇਜ ਦੇ ਵਿੱਚ ਮੁਲਜ਼ਮ ਅਤੇ ਉਹਨਾਂ ਦੀ ਕਾਰ ਸਾਫ਼ ਨਜ਼ਰ ਆਉਂਦੀ ਹੈ। ਮੁਲਜ਼ਮ ਕਾਰ ਤੋਂ ਉਤਰਦੇ ਦਿਖਾਈ ਦਿੰਦੇ ਨੇ। ਦੱਸਿਆ ਜਾ ਰਿਹਾ ਹੈ ਕਿ ਇਹ ਫੁਟੇਜ ਘਟਨਾ ਤੋਂ ਬਾਅਦ ਦਾ ਹੈ। 31 ਦਸੰਬਰ ਦੀ ਰਾਤ ਨੂੰ 3 ਹੋਰ ਵੀਡੀਓ ਵੀ ਸਾਹਮਣੇ ਆਏ ਨੇ। ਬਾਕੀ ਦੇ 4 ਵੀਡੀਓ 2 ਅਤੇ 3 ਜਨਵਰੀ ਨੂੰ ਸਾਹਮਣੇ ਆਏ। ਅਜਿਹਾ ਕਿਹਾ ਜਾ ਰਿਹਾ ਕਿ ਪੁਲਿਸ ਨੂੰ ਵਾਰਦਾਤ ਰੂਟ ਦੇ 23 ਵੀਡੀਓ ਮਿਲੇ ਨੇ, ਜਿਨ੍ਹਾਂ ਨੂੰ ਆਧਾਰ ਬਣਾ ਕੇ ਪੁਲਿਸ ਇਸ ਕੇਸ ਨੂੰ ਹੋਰ ਮਜ਼ਬੂਤ ਕਰਨ 'ਚ ਲੱਗੀ ਹੈ। जो विक्टिम है अंजलि है उसको जस्टिस मिल सके, तो हमारे लिए ये बहुत ज़रूरी है कि हम जो एविडेंस है वो कड़े से कड़ा एविडेंस, सख्त से सख्त एविडेंस इकट्ठा करें। तो अभी तक का इन्वेस्टिगेशन क्लियरली इंडिकेट करता है कि 304 के लिए फिट केस है। उसके लिए भी हमें बहुत ही स्ट्रॉन्ग एविडेंस इकट्ठे करने हैं और वो काफ़ी कुछ हमारे पास आ चुके हैं और काफ़ी एविडेंसेस और अब हम इकट्ठा करेंगे। ਹੁਣ ਤੱਕ ਦੀ ਪੁਲਿਸ ਜਾਂਚ ਦੇ ਵਿੱਚ ਸਾਹਮਣੇ ਆਇਆ ਹੈ ਕਿ ਦਿੱਲੀ ਦੇ ਕੰਜਾਵਲਾ ਕਾਂਡ ਦੇ ਵਿੱਚ ਅੰਜਲੀ ਨੂੰ 13 ਤੋਂ 14 ਕਿਲੋਮੀਟਰ ਤੱਕ ਕਾਰ ਦੇ ਨਾਲ ਘੜੀਸਿਆ ਗਿਆ। ਤਾਂ ਸਵਾਲ ਤਾਂ ਇਹ ਜ਼ਰੂਰ ਹੈ ਕਿ ਆਖਿਰ ਇਸ ਪੂਰੇ ਮਾਮਲੇ ਦੇ ਵਿੱਚ ਪੁਲਿਸ ਹੁਣ ਕਿਸ ਐਂਗਲ ਦੇ ਨਾਲ ਅੱਗੇ ਵਧੇਗੀ, ਕਿਉਂਕਿ ਬਹੁਤ ਸਾਰੀਆਂ ਵੀਡੀਓਜ਼ ਨੇ ਔਰ ਇਹਨਾਂ ਮੁਲਜ਼ਮਾਂ ਦੇ ਵੱਲੋਂ ਜਿਸ ਤਰੀਕੇ ਨਾਲ ਗੱਡੀ ਨੂੰ ਦੌੜਾਇਆ ਗਿਆ, ਤਾਂ ਪੁਲਿਸ ਦੇ ਸਾਹਮਣੇ ਇੱਕ ਇਹ ਵੀ ਚੁਣੌਤੀ ਹੈ ਕਿ ਐਕਸੀਡੈਂਟ ਕਰਕੇ ਭੱਜਣ ਵਾਲੇ ਲੋਕਾਂ ਦੇ ਲਈ ਵੀ ਇੱਕ ਸਬਕ ਇਸ ਕੇਸ ਦੇ ਜ਼ਰੀਏ ਜ਼ਰੂਰ ਦਿੱਤਾ ਜਾ ਸਕੇ। ਅੱਗੇ ਵਧਦੇ ਇੱਕ ਵੱਡੀ ਖਬਰ ਹੈ, ਉਸ ਦਾ ਰੁਖ ਕਰਦੇ ਹਾਂ। BSF ਨੂੰ ਬਾਰਡਰ ਸਿਕਿਉਰਿਟੀ ਫੋਰਸ ਨੂੰ ਇੱਕ ਕਾਮਯਾਬੀ ਮਿਲੀ ਹੈ। ਫਿਰੋਜ਼ਪੁਰ ਦੇ ਵਿੱਚ ਹੈਰੋਇਨ ਦੀ ਖੇਪ ਬਰਾਮਦ ਕੀਤੀ ਗਈ ਹੈ। ਪੀਰ ਇਸਮਾਈਲ ਖਾਨ ਪਿੰਡ ਦੇ ਖੇਤਾਂ ਦੇ ਵਿੱਚੋਂ ਇਹ ਬਰਾਮਦ ਕੀਤੀ ਗਈ ਹੈ। BSF ਨੂੰ ਸ਼ੱਕੀ ਪੈੜਾਂ ਦੇ ਉੱਤੇ ਮਾਰਕ ਦੇ ਉੱਤੇ ਸ਼ੱਕ ਹੋਇਆ ਤੇ ਉਸ ਤੋਂ ਬਾਅਦ ਇਹ ਜਿਹੜੀ ਖੇਪ ਆ ਉਹ ਬਰਾਮਦ ਕਰ ਲਈ ਗਈ। ਤਾਂ ਪੈੜਾਂ ਦਾ ਫੋਲੋ ਕਰਦੇ ਹੋਏ, ਜਿਹੜੇ ਪੈਰਾਂ ਦੇ ਨਿਸ਼ਾਨ ਸੀ ਉਹਨਾਂ ਨੂੰ ਫੋਲੋ ਕਰਦੇ ਹੋਏ BSF ਦੇ ਜਵਾਨ ਵੀ ਉੱਥੇ ਪਹੁੰਚ ਗਏ, ਜਿੱਥੋਂ ਇਹ ਨਸ਼ੇ ਦੀ ਰਿਕਵਰੀ ਕੀਤੀ ਗਈ ਹੈ। ਅਗਲੀ ਖਬਰ ਜਲੰਧਰ ਤੋਂ ਹੈ। ਜਲੰਧਰ ਦੇ ਵਿੱਚ ਹੁਸ਼ਿਆਰਪੁਰ ਹਾਈਵੇ ਦੇ ਉੱਤੇ ਇੱਕ ਭਿਆਨਕ ਹਾਦਸਾ ਵਾਪਰਿਆ।
ਤੇ ਇੱਕ ਸਫੇਦ ਰੰਗ ਦੀ ਵਰਨਾ ਕਾਰ ਨੂੰ ਤੇਜ਼ ਰਫ਼ਤਾਰ ਟਰੱਕ ਨੇ ਟੱਕਰ ਮਾਰ ਦਿੱਤੀ ਜੋ ਲੁਧਿਆਣਾ ਤੋਂ ਹੁਸ਼ਿਆਰਪੁਰ ਵੱਲ ਜਾ ਰਹੀ ਸੀ। ਕਾਰ ਦੇ ਪਿੱਛੇ ਇੱਕ ਤੇਜ਼ ਰਫ਼ਤਾਰ ਟਰੱਕ ਲਗਾਤਾਰ ਕਾਰ ਦੇ ਨੇੜੇ ਆਉਂਦਾ ਜਾ ਰਿਹਾ ਸੀ। ਟਰੱਕ ਡਰਾਈਵਰ ਨੇ ਨਾ ਹੀ ਬ੍ਰੇਕ ਲਗਾਈ ਅਤੇ ਨਾ ਹੀ ਸਾਈਡ ਵੱਟਣ ਦੀ ਕੋਸ਼ਿਸ਼ ਕੀਤੀ ਤੇ ਲਗਾਤਾਰ ਟਰੱਕ ਗੱਡੀ ਦੇ ਨੇੜੇ ਆਉਂਦਾ ਹੀ ਗਿਆ ਤੇ ਵਰਨਾ ਕਾਰ ਨੂੰ ਪਿੱਛੇ ਤੋਂ ਜ਼ਬਰਦਸਤ ਟੱਕਰ ਮਾਰ ਦਿੱਤੀ। ਤੇ ਕਾਰ ਟੱਕਰ ਕਾਰਨ ਡਿਵਾਈਡਰ ਦੇ ਨਾਲ ਟਕਰਾ ਗਈ। ਟੱਕਰ ਕਾਰਨ ਕਾਰ ਟੇਢੀ ਹੋ ਗਈ ਤੇ ਹਵਾ ਦੇ ਵਿੱਚ ਉਛਲਦੀ ਹੋਈ ਕਾਰ ਦਾ ਮੂੰਹ ਟਰੱਕ ਵਾਲੇ ਪਾਸੇ ਹੋ ਗਿਆ। ਪਰ ਟਰੱਕ ਆਪਣੀ ਰਫ਼ਤਾਰ ਦੇ ਉੱਤੇ ਚੱਲਦਾ ਰਿਹਾ ਅਤੇ ਕਾਰ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਟਰੱਕ ਦੇ ਹੇਠਾਂ ਆ ਗਿਆ ਤੇ ਕਾਰ ਪਿੱਛੇ ਤੋਂ ਹਵਾ ਚ ਉੱਡੀ ਤੇ ਸੜਕ ਦੇ ਦੂਜੇ ਪਾਸੇ ਜਾ ਡਿੱਗੀ। ਹਾਲਾਂਕਿ ਰਾਹਤ ਰਹੀ ਕਿ ਦੂਜੀ ਸਾਈਡ ਤੋਂ ਆਉਂਦੀਆਂ ਗੱਡੀਆਂ ਇਸ ਦੀ ਲਪੇਟ ਦੇ ਵਿੱਚ ਆਉਣ ਤੋਂ ਬਚ ਗਈਆਂ। ਅਗਲੀ ਖਬਰ ਵੀ ਜਲੰਧਰ ਤੋਂ ਹੈ। ਜਲੰਧਰ ਦੇ ਮਲਸੀਆਂ ਇਲਾਕੇ ਦੇ ਵਿੱਚ ਦੋ ਧਿਰਾਂ ਦੇ ਵਿਚਾਲੇ ਝੜਪ ਦੌਰਾਨ ਜੰਮ ਕੇ ਗੋਲੀਬਾਰੀ ਹੋਈ ਤੇ ਦੋਵੇਂ ਧਿਰਾਂ ਪਹਿਲਾਂ ਹੋਏ ਇੱਕ ਝਗੜੇ ਦਾ ਰਾਜ਼ੀਨਾਮਾ ਕਰਨ ਦੇ ਲਈ ਇਕੱਠੀਆਂ ਹੋਈਆਂ ਸਨ, ਪਰ ਰਾਜ਼ੀਨਾਮਾ ਹੋਣ ਦੀ ਬਜਾਏ ਮੁੜ ਤੋਂ ਝਗੜਾ ਸ਼ੁਰੂ ਹੋ ਗਿਆ ਤੇ ਦੇਖਦੇ ਦੋਵੇਂ ਧਿਰਾਂ ਨੇ ਇੱਕ ਦੂਜੇ ਦੇ ਉੱਤੇ ਫਾਇਰ ਖੋਲ ਦਿੱਤਾ। ਇਸ ਦੌਰਾਨ ਦੋਵੇਂ ਧਿਰਾਂ ਦੇ 4 ਲੋਕ ਜ਼ਖਮੀ ਹੋ ਗਏ। ਫੈਸਲਾ ਕਰਨ ਗਏ ਅਸੀਂ 8 ਕੇ ਜਾਣੇ, ਇਹ ਮੋਹਰਿਓਂ ਭਾਜੀ ਸਾਨੂੰ 30-35 ਜਾਣੇ ਜਦੋਂ ਫੈਸਲਾ ਹੋ ਗਿਆ ਮੋਹਰਿਓਂ ਇੱਟਾਂ ਮਾਰਨ ਲੱਗ ਪਏ ਭਾਜੀ। ਜਦੋਂ ਅਸੀਂ ਆਪਣੇ ਬਚਾਅ 'ਚ ਭੱਜਣ ਲੱਗੇ ਤਾਂ ਇਹਨਾਂ ਨੇ ਫੇਰ ਮਾਰਤੇ ਭਾਜੀ, ਮੇਰੇ ਲੱਤ ਤੇ ਗੋਲੀ ਲੱਗ ਗਈ ਭਾਜੀ। ਫਾਇਰਿੰਗ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ ਤੇ ਪਹੁੰਚੀ। 12 ਖੋਲ ਬਰਾਮਦ ਕੀਤੇ ਗਏ ਨੇ। ਅਧਿਕਾਰੀਆਂ ਮੁਤਾਬਕ ਜ਼ਖਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਇੱਕ ਦੀ ਹਾਲਤ ਨਾਜ਼ੁਕ ਹੈ। ਜੀ ਅਸੀਂ ਮੌਕੇ ਤੇ ਆਏ ਆ ਤੇ ਇੱਥੇ ਆ ਕੇ ਪਤਾ ਲੱਗਾ ਜੀ ਇੱਥੇ ਕੋਈ ਦੋ ਜਿਹੜੇ ਮੁੰਡਿਆਂ ਦੇ ਗਰੁੱਪ ਨੇ ਉਹਦੇ ਵਿੱਚ ਕੋਈ ਪੁਰਾਣੀ ਰੰਜਿਸ਼ ਦੀ ਕੋਈ ਇਹਨਾਂ ਦੀ ਸੀਗੀ ਲੜਾਈ ਹੋਈ, ਉਹਦੇ ਵਿੱਚ ਇਹ ਅੱਜ ਇਕੱਠੇ ਹੋਏ ਸੀ ਇੱਥੇ ਕੋਈ ਗੱਲਬਾਤ ਕਰਨ ਵਾਸਤੇ ਤੇ ਜਿਹਦੇ ਵਿੱਚ ਇਸ ਦੌਰਾਨ ਹੀ ਇੱਥੇ ਮਾਡਲ ਟਾਊਨ ਮਲਸੀਆਂ 'ਚ ਇਹਨਾਂ ਦਾ ਆਪਸ ਵਿੱਚ ਕਲੈਸ਼ ਹੋ ਗਿਆ ਔਰ ਉਹਦੇ ਵਿੱਚ ਗੋਲੀਬਾਰੀ ਜਿਹੜੀ ਹੋਈ ਇਹਨਾਂ ਦੀ, ਇਹਦੇ ਵਿੱਚ 4 ਬੰਦੇ ਜ਼ਖਮੀ ਹੋਏ ਨੇ। ਪੁਲਿਸ ਦੇ ਸਾਹਮਣੇ ਇੱਕ ਵੱਡਾ ਸਵਾਲ ਇਹ ਵੀ ਹੈ ਕਿ ਦੋਵੇਂ ਧਿਰਾਂ ਦੇ ਕੋਲ ਹਥਿਆਰ ਲਾਇਸੈਂਸੀ ਸੀ ਜਾਂ ਫਿਰ ਨਜਾਇਜ਼। ਫਿਲਹਾਲ ਪੁਲਿਸ ਟੀਮ ਮਾਮਲੇ ਦੀ ਹਰ ਪੱਖ ਤੋਂ ਜਾਂਚ ਕਰ ਰਹੀ ਹੈ। ਅੱਗੇ ਵਧਦੇ ਤੇ ਖਬਰ ਖੰਨਾ ਤੋਂ ਲਵਾਂਗੇ। ਖੰਨਾ ਦੇ ਭਾਦਲਾ ਦੇ ਵਿੱਚ 3 ਫੈਕਟਰੀ ਮਾਲਕਾਂ ਨੂੰ ਕੁਝ ਬਦਮਾਸ਼ਾਂ ਨੇ ਜਾਨਲੇਵਾ ਹਮਲਾ ਕਰਕੇ ਜ਼ਖਮੀ ਕਰ ਦਿੱਤਾ ਤੇ ਹਮਲੇ ਦੇ ਇਲਜ਼ਾਮ ਲੱਗੇ ਫੈਕਟਰੀ ਨੂੰ ਠੇਕੇ ਤੇ ਲੈਣ ਵਾਲਿਆਂ ਦੇ ਉੱਤੇ। ਇਲਜ਼ਾਮ ਹੈ ਕਿ ਜਿਸ ਨੂੰ ਫੈਕਟਰੀ ਠੇਕੇ ਦੇ ਉੱਤੇ ਦਿੱਤੀ ਗਈ ਸੀ ਨਾ ਉਹ ਬਿਜਲੀ ਦਾ ਬਿੱਲ ਭਰ ਰਹੇ ਨੇ ਅਤੇ ਨਾ ਹੀ ਕਿਰਾਇਆ ਦੇ ਰਹੇ ਨੇ, ਜਿਸ ਕਾਰਨ ਦੋਵੇਂ ਧਿਰਾਂ ਦੇ ਵਿੱਚ ਵਿਵਾਦ ਹੈ। 30-35 ਬੰਦੇ ਹੋਣੇ ਜਿਨ੍ਹਾਂ ਨੇ ਆਪਣੀ ਕਿਰਪਾਨਾਂ, ਕਰਚਾਂ ਜੀ, ਹਾਕੀਆਂ, ਬੇਸਬਾਲਾਂ ਆ ਕੇ ਸਾਡੇ ਤਿੰਨਾਂ ਨੂੰ ਪੈ ਗਏ ਜੀ ਕੁੱਟਣ। ਸਾਡੀ ਸਾਰੀ ਫੈਕਟਰੀ ਸਾਡੀ ਦੇ ਸ਼ੀਸ਼ੇ ਤੋੜਤੇ ਆ ਜਿਹੜੀ ਕਿ ਇਹਨਾਂ ਨੂੰ ਲੀਜ਼ ਤੇ ਦਿੱਤੀ ਹੋਈ ਆ ਜੀ। ਤੇ ਫੈਕਟਰੀ ਮਾਲਕਾਂ ਨੇ ਜਦੋਂ ਲੀਡ ਹੋਲਡਰਾਂ ਦੇ ਨਾਲ ਗੱਲ ਕੀਤੀ ਤਾਂ ਉਹਨਾਂ ਹਿਸਾਬ ਕਰਨ ਬਹਾਨੇ ਉਹਨਾਂ ਨੂੰ ਫੈਕਟਰੀ 'ਚ ਸੱਦ ਲਿਆ ਤੇ ਹਮਲਾ ਬੋਲ ਦਿੱਤਾ, ਜਦਕਿ ਦੂਜੀ ਧਿਰ ਇਲਜ਼ਾਮਾਂ ਤੋਂ ਇਨਕਾਰ ਕਰ ਰਹੀ ਹੈ। ਇਹਨਾਂ ਨੇ ਕੱਲ ਧੱਕੇ ਨਾਲ ਸਾਡੇ ਗੇਟ ਦੇ ਬਾਹਰ ਕਰੇਨ ਰਖਾਤੀ, ਓਵਰਹੈਡ ਕਰੇਨ ਰਖਾਤੀ ਬਦਮਾਸ਼ੀ ਕਰਕੇ ਕਿ ਨਾ ਤੁਹਾਡਾ ਕੋਈ ਮਾਲ ਅੰਦਰ ਜਾ ਸਕੇ ਨਾ ਕੋਈ ਆ ਸਕੇ। ਇਹ ਗੱਲ ਸੁਣੋ, ਜੇ 20-25 ਜਣੇ ਅਸੀਂ ਹੋਈਏ ਤਾਂ ਮੇਰੀ ਫਿੰਗਰ ਤੇ ਟੁੱਟਣ ਤੋਂ ਸਾਡੇ ਸਿਰ ਤੇ ਸੱਟ ਲੱਗੀ ਹੈ, ਬ੍ਰਦਰ ਤੇ ਲੱਗੀ। ਦੋਵੇਂ ਧਿਰਾਂ ਜ਼ਖਮੀ ਹੋਣ ਦੀ ਗੱਲ ਕਹਿ ਰਹੀਆਂ ਨੇ ਤੇ ਹਸਪਤਾਲ 'ਚ ਭਰਤੀ ਨੇ। ਉਧਰ ਪੁਲਿਸ ਮਾਮਲੇ ਦੀ ਜਾਂਚ ਦੀ ਗੱਲ ਕਹਿ ਰਹੀ ਹੈ। ਇੰਸਟਰਕਸ਼ਨਸ ਦਿੱਤੀਆਂ ਨੇ ਐਸਐਚਓ ਨੂੰ ਕਿ ਪਰਚਾ ਦਰਜ ਕਰਕੇ ਜਿਹੜੇ ਬੰਦੇ ਨੇ ਰਾਉਂਡ ਅਪ ਕਰੋ ਤੇ ਜੇ ਉਹਨਾਂ ਨੇ ਕੋਈ ਇਹੋ ਜਿਹਾ ਹੈਗਾ ਤੇ ਉਹਨੂੰ ਲੌਕ ਅਪ ਕਰਾ ਦਾਂਗੇ ਅਸੀਂ। ਮਤਲਬ ਕਿ ਜਿਹੜਾ ਵੀ ਇਨਸੀਡੈਂਟ ਹੋਇਆ ਉਹ 'ਤੇ ਪ੍ਰੋਪਰ ਕਾਰਵਾਈ ਹੋਊਗੀ। ਖੈਰ ਮਾਮਲੇ 'ਚ ਸੀਸੀਟੀਵੀ ਤਸਵੀਰਾਂ ਵੀ ਕਾਫੀ ਕੁਝ ਬਿਆਨ ਕਰ ਰਹੀਆਂ ਨੇ। ਹਮਲਾਵਰਾਂ ਨੇ ਮੂੰਹ ਬੰਨੇ ਹੋਏ ਨੇ, ਹੱਥਾਂ 'ਚ ਹਥਿਆਰ ਫੜੀ ਇੱਧਰ ਉੱਧਰ ਭੱਜਦੇ ਹੋਏ ਵੀ ਨਜ਼ਰ ਆ ਰਹੇ ਨੇ। ਅਗਲੀ ਖਬਰ ਹੈ ਲੁਧਿਆਣਾ ਤੋਂ। ਲੁਧਿਆਣਾ ਦੇ ਸਾਹਨੇਵਾਲ ਦੇ ਨੇੜੇ ਇੱਕ ਲੋਹਾ ਫੈਕਟਰੀ ਦੇ ਵਿੱਚ ਭਿਆਨਕ ਹਾਦਸਾ ਵਾਪਰ ਗਿਆ ਤੇ ਹਾਦਸਾ ਉਸ ਸਮੇਂ ਹੋਇਆ ਜਦੋਂ ਕਰੀਬ 8 ਤੋਂ 10 ਮਜ਼ਦੂਰ ਲੋਹਾ ਗਰਮ ਕਰਨ ਵਾਲੀ ਭੱਠੀ ਦੇ ਉੱਤੇ ਕੰਮ ਕਰ ਰਹੇ ਸਨ ਕਿ ਅਚਾਨਕ ਗਰਮ ਹੋਇਆ ਲੋਹਾ ਹਵਾ 'ਚ ਉੱਡਿਆ ਤੇ ਪੂਰਾ ਕਮਰਾ ਧੂਏ ਦੇ ਨਾਲ ਭਰ ਗਿਆ। ਉੱਡਦਾ ਹੋਇਆ ਲੋਹਾ ਕਈ ਮਜ਼ਦੂਰਾਂ ਦੇ ਉੱਤੇ ਆ ਡਿੱਗਿਆ, ਜਿਸ ਕਾਰਨ 4 ਮਜ਼ਦੂਰ ਗੰਭੀਰ ਤੌਰ ਤੇ ਜ਼ਖਮੀ ਹੋ ਗਏ। ਜਿਵੇਂ ਹੀ ਗਰਮ ਲੋਹਾ ਮਜ਼ਦੂਰਾਂ ਦੇ ਉੱਤੇ ਪਿਆ ਤਾਂ ਫੈਕਟਰੀ ਦੇ ਵਿੱਚ ਹਾਹਾਕਾਰ ਮਚ ਗਈ। ਮਜ਼ਦੂਰਾਂ ਦੀ ਆਵਾਜ਼ ਸੁਣ ਕੇ ਲੋਕ ਇਕੱਠੇ ਹੋਏ ਤੇ ਜ਼ਖਮੀਆਂ ਨੂੰ ਬੇਹੱਦ ਮੁਸ਼ੱਕਤ ਤੋਂ ਬਾਅਦ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ ਗਿਆ। ਤੇ ਲੋਹੇ ਦੀ ਲਪੇਟ ਦੇ ਵਿੱਚ ਆਏ 2 ਮਜ਼ਦੂਰ ਅਸ਼ੋਕ ਤੇ ਵਿਸ਼ਾਲ ਦੀ ਹਾਲਤ ਜ਼ਿਆਦਾ ਗੰਭੀਰ ਦੱਸੀ ਜਾ ਰਹੀ ਹੈ।
ਤੇ ਦੋਵੇਂ ਹੀ ਭੱਠੀ ਦੇ ਬਿਲਕੁਲ ਨੇੜੇ ਕੰਮ ਕਰ ਰਹੇ ਸੀ। ਫਿਲਹਾਲ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਵੀ ਜਾਰੀ ਹੈ। ਤਾਂ ਇਹ ਆਖਿਰ ਕਿਉਂ ਹਾਦਸਾ ਹੋਇਆ ਉਸ ਥਾਂ ਦੇ ਉੱਤੇ ਜਿੱਥੇ ਰੋਜ਼ਾਨਾ ਇਹ ਮਜ਼ਦੂਰ ਕੰਮ ਕਰ ਰਹੇ ਸੀ। ਖੈਰ ਉਸ ਤੋਂ ਬਾਅਦ ਮਜ਼ਦੂਰਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਜ਼ਰੂਰ ਕਰਵਾਇਆ ਗਿਆ। ਅਗਲੀ ਖਬਰ ਦਾ ਰੁਖ ਕਰਦੇ ਹਾਂ ਤੇ ਖਬਰ ਹੈ ਸੋਲਨ ਤੋਂ ਸ਼ਿਮਲਾ ਹਾਈਵੇ ਤੋਂ, ਜਿੱਥੇ ਇੱਕ ਤੋਂ ਬਾਅਦ ਇੱਕ ਕਈ ਹਾਦਸੇ ਹੋਏ ਨੇ ਔਰ ਇਸ ਦੀ ਵਜ੍ਹਾ ਹੈ ਤਰੇਲ ਜੋ ਡਿੱਗ ਰਹੀ ਸੀ ਉਹ ਜੰਮ ਗਈ ਸੜਕ ਦੇ ਉੱਤੇ ਹੀ ਕਿ ਉੱਥੇ ਗੱਡੀਆਂ ਸਕਿਡ ਹੋਣੀਆਂ ਸ਼ੁਰੂ ਹੋ ਗਈਆਂ। ਇੱਕ ਤੋਂ ਬਾਅਦ ਇੱਕ ਕਈ ਗੱਡੀਆਂ ਪੂਰਾ ਦਿਨ ਉੱਥੇ ਮੋੜ ਦੇ ਉੱਤੇ ਪਲਟਦੀਆਂ। ਇਹ ਸਾਰੇ ਹਾਦਸੇ ਸੀਸੀਟੀਵੀ ਦੇ ਵਿੱਚ ਕੈਦ ਹੋਏ। ਸਵੇਰੇ 4 ਵਜੇ ਹਾਦਸਿਆਂ ਦਾ ਸਿਲਸਿਲਾ ਸ਼ੁਰੂ ਹੋਇਆ ਅਤੇ ਕਰੀਬ ਰਾਤ 9 ਵਜੇ ਤੱਕ ਚੱਲਦਾ ਰਿਹਾ। ਇੱਕ ਹੀ ਮੋੜ ਦੇ ਉੱਤੇ 6 ਦੇ 6 ਹਾਦਸੇ। ਪਹਿਲੇ ਹਾਦਸੇ ਦੇ ਵਿੱਚ ਇੱਕ ਤੇਜ਼ ਰਫ਼ਤਾਰ ਕਾਰ ਮੋੜ ਕੱਟਦੇ ਹੀ ਡਿਵਾਈਡਰ ਦੇ ਉੱਤੇ ਪਲਟ ਗਈ। ਇਸ ਤੋਂ ਬਾਅਦ ਦੂਜੀ ਕਾਰ ਜੋ ਮੋੜ ਕੱਟਦੇ ਹੀ ਬੇਕਾਬੂ ਹੋ ਗਈ ਅਤੇ ਡਿਵਾਈਡਰ ਦੇ ਨਾਲ ਟਕਰਾ ਗਈ। ਫਿਰ ਦੇਖੋ ਤੀਜੀ ਕਾਰ ਵੀ ਮੋੜ ਦੇ ਉੱਤੇ ਆਉਂਦੀ ਹੈ। ਕਾਰ ਡਰਾਈਵਰ ਜਿਵੇਂ ਹੀ ਮੋੜ ਦੇ ਉੱਤੇ ਬ੍ਰੇਕ ਲਗਾਉਂਦਾ ਹੈ ਤੇ ਇਹ ਕਾਰ ਵੀ ਡਿਸਬੈਲੈਂਸ ਹੋ ਜਾਂਦੀ ਹੈ ਤੇ ਰੋਡ ਦੇ ਦੂਜੇ ਪਾਸੇ ਜਾ ਕੇ ਟਕਰਾਉਂਦੀ ਹੈ। ਇਸੇ ਕਾਰ ਦੇ ਪਿੱਛੇ ਹੀ ਕੁਝ ਸੈਕਿੰਡ ਤੋਂ ਬਾਅਦ ਇੱਕ ਹੋਰ ਗੱਡੀ ਆਉਂਦੀ ਹੈ। ਇਹ ਕਾਰ ਡਰਾਈਵਰ ਮੋੜ ਦੇ ਉੱਤੇ ਰਫ਼ਤਾਰ ਘੱਟ ਕਰਨ ਦੀ ਕੋਸ਼ਿਸ਼ ਕਰਦਾ ਹੈ ਪਰ ਇਹ ਵੀ ਆਪਣਾ ਕਾਬੂ ਕਾਰ ਤੋਂ ਖੋ ਦਿੰਦਾ ਹੈ ਅਤੇ ਕਾਰ ਨੂੰ ਰੋਡ ਤੋਂ ਸਾਈਡ ਦੇ ਵਿੱਚ ਰੋਕਣ 'ਚ ਫਿਰ ਵੀ ਕਾਮਯਾਬ ਰਹਿੰਦਾ ਹੈ। ਇਸ ਤੋਂ ਬਾਅਦ ਇੱਕ ਬਾਈਕ ਸਵਾਰ ਆਉਂਦਾ ਹੈ ਜੋ ਮੋੜ ਦੇ ਉੱਤੇ ਬ੍ਰੇਕ ਲਗਾਉਂਦੇ ਹੀ ਸਕਿਡ ਹੋ ਜਾਂਦਾ ਹੈ ਅਤੇ ਸੜਕ ਤੇ ਘਿਸੜਦਾ ਹੋਇਆ ਜਾਂਦਾ ਹੈ। ਆਖਿਰ ਦੇ ਵਿੱਚ ਇੱਕ ਹੋਰ ਗੱਡੀ ਆਉਂਦੀ ਹੈ ਜਿਸ ਦੀ ਸਪੀਡ ਥੋੜੀ ਜ਼ਿਆਦਾ ਨਜ਼ਰ ਆਈ। ਜਿਵੇਂ ਹੀ ਕਾਰ ਚਾਲਕ ਇੱਥੇ ਮੋੜ ਦੇ ਉੱਤੇ ਬ੍ਰੇਕ ਲਗਾਉਂਦਾ ਹੈ ਇਹ ਕਾਰ ਵੀ ਪਲਟ ਜਾਂਦੀ ਹੈ ਅਤੇ ਡਿਵਾਈਡਰ ਨੂੰ ਪਾਰ ਕਰਦੇ ਦੂਜੇ ਵਾਲੇ ਪਾਸੇ ਪਹੁੰਚ ਜਾਂਦੀ ਹੈ। ਇਹ ਸਾਰੇ ਹਾਦਸੇ ਉਸ ਦੀ ਵਜ੍ਹਾ ਦੇ ਨਾਲ ਹੋਏ। ਦਰਅਸਲ ਇੱਥੇ ਸਵੇਰ ਦੇ ਸਮੇਂ ਟੈਂਪਰੇਚਰ ਇੰਨਾ ਘੱਟ ਸੀ ਕਿ ਇਹ ਤਰੇਲ ਜੰਮ ਗਈ, ਜਿਸ ਦੀ ਵਜ੍ਹਾ ਨਾਲ ਜਿਸਨੇ ਵੀ ਇਸ ਮੋੜ ਦੇ ਉੱਤੇ ਬ੍ਰੇਕ ਲਗਾਉਣ ਦੀ ਕੋਸ਼ਿਸ਼ ਕੀਤੀ ਉਹ ਹਾਦਸੇ ਦਾ ਸ਼ਿਕਾਰ ਹੁੰਦਾ ਚਲਾ ਗਿਆ। ਤਾਂ ਤੇਜ਼ ਰਫ਼ਤਾਰ ਇੱਥੇ ਵੀ ਇੱਕ ਵਜ੍ਹਾ ਬਣੀ। ਖਾਸ ਤੌਰ ਤੇ ਜੇਕਰ ਤੁਸੀਂ ਮੈਦਾਨੀ ਇਲਾਕੇ ਤੋਂ ਪਹਾੜੀ ਇਲਾਕਿਆਂ ਦੇ ਵਿੱਚ ਜਾ ਰਹੇ ਹੋ, ਸ਼ਿਮਲਾ ਘੁੰਮਣ ਦੇ ਲਈ ਜਾ ਰਹੇ ਹੋ ਜਾਂ ਕਿਸੇ ਹੋਰ ਥਾਂ ਦੇ ਉੱਤੇ, ਤਾਂ ਇਸ ਚੀਜ਼ ਦਾ ਜ਼ਰੂਰ ਧਿਆਨ ਰੱਖੋ ਕਿ ਗੱਡੀ ਦੀ ਸਪੀਡ ਘੱਟ ਹੋਵੇ ਕਿਉਂਕਿ ਇਹ ਤਰੇਲ ਜੰਮ ਜਾਂਦੀ ਹੈ ਸੜਕਾਂ ਦੇ ਉੱਤੇ ਤੇ ਫਿਰ ਗੱਡੀਆਂ ਸਲਿੱਪ ਹੋਣੀਆਂ ਵੀ ਸ਼ੁਰੂ ਕਰਦੀਆਂ ਨੇ। ਖੈਰ ਜਦੋਂ ਰਫ਼ਤਾਰ ਦੇ ਉੱਤੇ ਕੰਟਰੋਲ ਨਾ ਹੋਵੇ ਫਿਰ ਫਰਕ ਤਾਂ ਪੈਂਦਾ ਹੈ। ਉਧਰ ਪੰਜਾਬ ਸਣੇ ਹਰਿਆਣਾ ਦੇ ਵਿੱਚ ਵੀ ਲੁਟੇਰਿਆਂ ਦੇ ਹੌਸਲੇ ਬੁਲੰਦ ਨਜ਼ਰ ਆ ਰਹੇ ਨੇ ਤੇ ਕਦੋਂ ਕੌਣ ਕਿੱਥੇ ਇਹਨਾਂ ਦਾ ਸ਼ਿਕਾਰ ਬਣ ਜਾਏ ਇਹ ਸਿਰਫ ਗਲੀਆਂ 'ਚ ਲੱਗੇ ਸੀਸੀਟੀਵੀ ਤੋਂ ਬਿਨਾ ਕੋਈ ਨਹੀਂ ਜਾਣਦਾ। ਤੇ ਖਬਰਾਂ ਨੇ ਜਿਨ੍ਹਾਂ ਦੇ ਵਿੱਚੋਂ ਪਹਿਲੀ ਹਰਿਆਣਾ ਦੇ ਹਿਸਾਰ ਦੇ ਵਿੱਚ ਪੈਂਦੇ ਸੈਕਟਰ 14 ਦੀ, ਜਿੱਥੇ ਇੱਕ ਅਖਬਾਰ ਵੰਡਣ ਵਾਲਾ ਵਿਅਕਤੀ ਅੱਖ ਝਪਕਦਿਆਂ ਹੀ ਆਪਣੀ ਸਕੂਟੀ ਤੋਂ ਹੱਥ ਧੋ ਬੈਠਾ ਤੇ ਸਕੂਟੀ ਮਾਲਕ ਇੱਕ ਘਰ ਦੇ ਬਾਹਰ ਸਕੂਟੀ ਨੂੰ ਖੜਾ ਕਰਕੇ ਘਰ ਦੇ ਗੇਟ ਦੇ ਅੰਦਰ ਜਾਂਦਾ ਹੈ। ਘੰਟੀ ਵਜਾਈ, ਗੇਟ ਖੁੱਲਣ ਦਾ ਇੰਤਜ਼ਾਰ ਕੀਤਾ ਪਰ ਗਲਤੀ ਇਹ ਸੀ ਕਿ ਸਕੂਟੀ ਦੀ ਚਾਬੀ ਵਿੱਚ ਹੀ ਛੱਡ ਗਿਆ ਤੇ ਇਹਨਾਂ ਨੂੰ ਪਿੱਛੋਂ ਇੱਕ ਚੋਰ ਆਉਂਦਾ ਹੈ ਤੇ ਸਕੂਟੀ ਲੈ ਕੇ ਰਫੂ ਚੱਕਰ ਹੋ ਜਾਂਦਾ ਹੈ। ਦੂਜਾ ਹਾਦਸਾ ਫਗਵਾੜਾ ਦੇ ਵਿੱਚ ਵਾਪਰਿਆ ਜਿੱਥੇ ਬਾਈਕ ਸਵਾਰ 3 ਲੁਟੇਰੇ ਨੇ ਇੱਕ ਸਕੂਟੀ ਸਵਾਰ ਮਹਿਲਾ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਤੇ 3 ਲੁਟੇਰੇ ਬਾਈਕ ਦੇ ਉੱਤੇ ਜਾ ਰਹੇ ਸਨ ਅਤੇ ਸਕੂਟੀ ਦੇ ਅੱਗੇ ਉਹਨਾਂ ਨੇ ਬ੍ਰੇਕ ਮਾਰ ਦਿੱਤੀ। ਮਹਿਲਾ ਨੂੰ ਕੁਝ ਸਮਝ ਆਵੇ ਇਸ ਤੋਂ ਪਹਿਲਾਂ ਹੀ 2 ਲੁਟੇਰੇ ਹੱਥਾਂ ਦੇ ਵਿੱਚ ਹਥਿਆਰ ਫੜ ਕੇ ਹੇਠਾਂ ਉਤਰਦੇ ਨੇ ਤੇ ਉਸ ਨੂੰ ਲੁੱਟਣ ਦੀ ਕੋਸ਼ਿਸ਼ ਕਰਦੇ ਨੇ ਪਰ ਲੁਟੇਰਿਆਂ ਨੂੰ ਦੇਖ ਕੇ ਮਹਿਲਾ ਰੌਲਾ ਪਾ ਦਿੰਦੀ ਹੈ ਤੇ ਲੁਟੇਰੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਕੁੱਲ ਮਿਲਾ ਕੇ ਰਾਤ ਹੋਵੇ ਜਾਂ ਦਿਨ, ਮਹਿਲਾ ਹੋਵੇ ਜਾਂ ਮਰਦ, ਲੁਟੇਰੇ ਆਪਣਾ ਕੰਮ ਕਰ ਰਹੇ ਨੇ ਤੇ ਸ਼ਿਕਾਰ ਬਣਾ ਰਹੇ ਨੇ ਹਰ ਉਸ ਵਿਅਕਤੀ ਨੂੰ ਜਿਸ ਦੇ ਕੋਲੋਂ ਉਹਨਾਂ ਨੂੰ ਕੁਝ ਮਿਲਣ ਦੀ ਉਮੀਦ ਨਜ਼ਰ ਆਉਂਦੀ ਹੈ। ਖੈਰ ਜਦੋਂ ਦਿਨ ਦਿਹਾੜੇ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਵੇ ਔਰ ਇਸ ਤਰੀਕੇ ਨਾਲ ਬੇਖੌਫ ਅੰਦਾਜ਼ ਦੇ ਨਾਲ ਲੁਟੇਰਿਆਂ ਦੇ ਵੱਲੋਂ ਔਰ ਇੱਕ ਸ਼ਹਿਰ ਜਾਂ ਇੱਕ ਸੂਬੇ ਦੀ ਕਹਾਣੀ ਨਾ ਹੋਵੇ। ਤਸਵੀਰਾਂ ਪੰਜਾਬ ਤੋਂ ਵੀ ਆ ਰਹੀਆਂ ਨੇ, ਤਸਵੀਰਾਂ ਇਹੋ ਜਿਹੀਆਂ ਹਰਿਆਣਾ ਤੋਂ ਵੀ ਆ ਰਹੀਆਂ ਨੇ। ਖੈਰ ਜਦੋਂ ਲੁਟੇਰੇ ਬੇਖੌਫ ਨਜ਼ਰ ਆਉਣ ਫਿਰ ਫਰਕ ਤਾਂ ਪੈਂਦਾ ਹੈ। ਫਰਕ ਤਾਂ ਪੈਂਦਾ ਦੇ ਵਿੱਚ ਵਿਲਾ ਹੋ ਚਲਿਆ ਤੁਹਾਡੇ ਤੋਂ ਇਜਾਜ਼ਤ ਲੈਣ ਦਾ। ਤੁਸੀਂ ਜੁੜੇ ਰਹੋ ਨਿਊਜ਼ 18 ਪੰਜਾਬ ਹਰਿਆਣਾ ਤੇ।